विधान सभा ਦੀਆਂ ਚੋਣਾਂ ਨੂੰ ਲੈ ਕੇ ਹਲਕਾ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਦਾ ਚੋਣ ਪ੍ਰਚਾਰ ਇਸ ਸਮੇਂ ਵਿਰੋਧੀਆਂ ਦੇ ਭਾਰੀ ਪੈ ਰਿਹਾ ਹੈ। ਸਰਦਾਰ ਢਾਲੀਵਾਲ ਵੱਲੋਂ ਜਿੱਥੇ ਕਿ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਭਰਮੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਉਹਨਾਂ ਦੇ ਸਮਰਥਕਾਂ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਸੇ ਹੀ ਕੜੀ ਦੇ ਤਹਿਤ ਵਾਰਡ ਨੰਬਰ 5 ਵਿਖੇ ਧੀਰਜ ਘਈ, ਦੀਪਮਾਲਾ ਘਈ ਅਤੇ ਸੋਨੂ ਭਲਵਾਨ ਦੀ ਅਗਵਾਈ ਹੇਠ ਸਰਦਾਰ ਢਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਮੌਜੂਦ ਸਨ। ਉਹਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਤਵਾਜ, ਵਿਨੋਦ ਬਰਮਾਨੀ, ਸਾਬਕਾ ਕੌਂਸਲਰ ਜਤਿੰਦਰ ਬਰਮਾਨੀ, ਰਾਮਪਾਲ ਉੱਪਲ, ਇੰਦਰਜੀਤ ਕਾਲੜਾ, ਮਹਿੰਦਰਪਾਲ ਸੋਂਦੀ, ਜੋਗਾ ਪ੍ਰਧਾਨ ਤੋਂ ਇਲਾਵਾ ਹੋਰ ਕਾਂਗਰਸੀ ਨੇਤਾ ਵੀ ਮੌਜੂਦ ਸਨ। ਆਪਣੇ ਸੰਬੋਧਨ ਵਿੱਚ ਜਿੱਥੇ ਸਰਦਾਰ ਢਾਲੀਵਾਲ ਨੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ, ਉੱਥੇ ਹੀ ਵਾਰਡ ਵਾਸੀਆਂ ਨੇ ਵੀ ਸਰਦਾਰ ਢਾਲੀਵਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦਾ ਆਸ਼ਵਾਸਨ ਦਿੱਤਾ। ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਇਹਨੇ ਤੁਹਾਡੇ ਚਾਨਾਂ ਸਾਰਿਆਂ ਦੇ ਬੇਨਤੀ ਕਰੂੰਗਾ, 20 ਤਰੀਕ ਨੂੰ ਇੱਕ ਵੋਟ ਜਿਹੜੀ ਆ ਪੰਜੇ ਦਾ ਬਟਨ ਦਬਾ ਕੇ ਢਾਲੀਵਾਲ ਸਾਹਿਬ ਨੂੰ ਪਾਉਣੀ ਆ, ਕਾਂਗਰਸ ਪਾਰਟੀ ਨੂੰ ਪਾਉਣੀ ਆ, ਪ੍ਰਿੰਕਾ ਗਾਂਧੀ, ਸੋਨੀਆ ਗਾਂਧੀ ਨੂੰ ਪਾਉਣੀ ਆ, ਤਾਂ ਕਿ ਸਾਡਾ ਆਉਣ ਵਾਲਾ ਸੀਐਮ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਬਣੇ, ਜੋ ਕਿ ਦਲਤਾਂ ਦਾ ਮਸੀਹਾ ਆ। ਜਿੱਥੇ ਦਲਤਾਂ ਦਾ ਮਸੀਹਾ ਆ ਉੱਥੇ ਹਰ ਧਰਮਾਂ ਦਾ ਸਤਿਕਾਰ ਕਰਦੇ ਆ। ਸੋ ਤੁਸੀਂ ਜਿੱਥੇ ਬਲਵਿੰਦਰ ਸਿੰਘ ਢਾਲੀਵਾਲ ਜੀ ਨੂੰ ਜਿਤਾਉਣਾ, ਉੱਥੇ ਪੰਜਾਬ ਦਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬਣਾਉਣਾ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ, ਹੱਥ ਖੜੇ ਕਰਕੇ ਢਾਲੀਵਾਲ ਸਾਹਿਬ ਨੂੰ ਇਸ ਦਾ ਵਿਸ਼ਵਾਸ ਦਿਵਾਓ। ਇੱਕ ਵੋਟ ਜਿਹੜੀ ਆ ਉਹ ਢਾਲੀਵਾਲ ਸਾਹਿਬ ਨੂੰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪਾਉਗੀ। ਇਹ ਮੰਤਰੀ ਬਣ ਕੇ ਲੋਕ ਕਹਿ ਕੇ ਗਏ ਆ, ਕਾਂਗਰਸ ਨੇ ਇੱਕ ਵੋਟ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ, ਬਲਵਿੰਦਰ ਸਿੰਘ ਢਾਲੀਵਾਲ ਨੂੰ ਪਾਉਣੀ ਆ। ਮੈਂ ਲੇਡੀਜ਼ ਦਾ ਜਿਹੜਾ ਬਹੁਤ ਯੋਗਦਾਨ ਹੁੰਦਾ, ਜਿਵੇਂ ਭਾਪਾ ਜੀ ਨੇ ਦੱਸਿਆ ਸੀਗਾ ਕਿ ਜਿਹੜੀ 2 ਦਸੰਬਰ ਨੂੰ ਰੈਲੀ ਹੋਈ ਸੀਗੀ, ਉਹਦੇ ਵਿੱਚ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਇੰਨੀ ਗਿਣਤੀ, ਵੱਡੀ ਗਿਣਤੀ ਵਿੱਚ ਮਹਿਲਾਵਾਂ ਆਈਆਂ ਕਿ ਸਿੱਧੂ ਸਾਹਿਬ ਵੀ ਦੇਖ ਕੇ ਹੈਰਾਨ ਹੋਏ ਵੀ ਇੰਨੀਆਂ ਕਿੱਥੋਂ ਲੇਡੀਜ਼ ਆਈਆਂ ਨੇ। ਆਮ ਹੁੰਦੇ ਨੇ ਅੱਜ ਦੀ ਮੀਟਿੰਗ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਆਈਆਂ, ਤੇ ਮੈਂ ਆਪਦਾ ਦਿਲੋਂ ਜਿੰਨੀ ਵੀ ਹੈ ਔਰ ਧੰਨਵਾਦ ਵੀ ਕਰਦਾ। ਔਰ ਮੈਡਮ ਰਾਣੀ ਜੀ ਅਤੇ ਦੀਪਮਾਲਾ ਜੀ, ਇਹਨਾਂ ਦਾ ਵੀ ਧੰਨਵਾਦ ਕਰਦਾ। ਔਰ ਨਾਲ ਹੀ ਇਹਨਾਂ ਦੀ ਸਮੁੱਚੀ ਟੀਮ, ਜਿਨ੍ਹਾਂ ਨੇ ਕਿ ਬਹੁਤ ਹੀ ਸ਼ਾਰਟ ਨੋਟਿਸ ਤੇ ਮਿਹਨਤ ਕਰਕੇ ਅੱਜ ਦੀ ਇਸ ਕੰਪੇਨਿੰਗ ਦਾ ਸ਼ਹਿਰ ਵਿੱਚ ਆਗਾਜ਼ ਕੀਤਾ ਹੈਗਾ। ਇਸ ਕਰਕੇ ਮੈਂ ਆਪਣੇ ਸਾਰੇ ਸਾਥੀਆਂ ਵੱਲੋਂ ਇਹਨਾਂ ਦਾ ਇੱਕ ਵਾਰੀ ਫੇਰ ਦਿਲੋਂ ਧੰਨਵਾਦ ਕਰਦਾ। ਜੈ ਹਿੰਦ। ਇਸੇ ਤਰ੍ਹਾਂ ਹੀ ਫਗਵਾੜਾ ਦੇ ਵਾਰਡ ਨੰਬਰ 41 ਮਹੱਲਾ ਭਗਤਪੁਰਾ ਵਿਖੇ ਵੀ ਡਾਕਟਰ ਰਮਨ ਅਤੇ ਪਵਿੱਤਰ ਸਿੰਘ ਤੋਂ ਇਲਾਵਾ ਰਾਜਕੁਮਾਰ ਰਾਜੂ ਦੀ ਅਗਵਾਈ ਹੇਠ ਸਰਦਾਰ ਢਾਲੀਵਾਲ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਜਿੱਥੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ, ਉੱਥੇ ਹੀ ਉਹਨਾਂ ਸਰਦਾਰ ਢਾਲੀਵਾਲ ਵੱਲੋਂ ਹਲਕੇ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਵਾਰ ਇਹਨਾਂ ਚੋਣਾਂ ਵਿੱਚ ਸਰਦਾਰ ਢਾਲੀਵਾਲ ਨੂੰ ਵੱਡੇ ਮਾਰਜਨ ਨਾਲ ਜਿਤਾ ਕੇ ਇਹ ਸੀਟ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ। ਉਧਰ ਮਹੱਲਾ ਵਾਸੀਆਂ ਨੇ ਵੀ ਸਰਦਾਰ ਢਾਲੀਵਾਲ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਚੋਣਾਂ ਵਿੱਚ ਉਹਨਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਵੱਡੇ ਮਾਰਜਨ ਨਾਲ ਜਿਤਾਉਣਗੇ। ਔਰ ਬੀਬੀਆਂ ਦਾ ਹੀ ਪ੍ਰਤਾਪ ਹੁੰਦਾ, ਜੋ ਬੀਬੀਆਂ ਤੋਂ ਬਗੈਰ ਗੁਜ਼ਾਰੇ ਵੀ ਨਹੀਂ ਹੁੰਦੇ। ਅੱਛੇ ਦੇਸ਼ ਦੇ ਬੰਦੇ ਤੋਂ ਡਰ ਲੱਗਦਾ ਹੈ, ਲੱਗਣਾ ਨਹੀਂ ਚਾਹੀਦਾ, ਪਰ ਲੱਗਦਾ ਹੈ। ਮੈਂ ਬੀਬੀਆਂ ਬਾਰੇ ਕਹਿ ਰਿਹਾ, ਗੁੱਸਾ ਨਾ ਕਰੋ, ਕਿਉਂਕਿ ਵਿੱਚ ਖੜ ਦਿਮਾਗ ਕਹਿੰਦੇ ਨਾ, ਬੀਬੀਆਂ ਨੂੰ ਅਸੀਂ ਪੈਰ ਦੀ ਜੁੱਤੀ ਸਮਝਦੇ ਹਾਂ। ਦੁਸ਼ਮਣ ਦੇ ਹਮਲਿਆਂ ਤੋਂ ਬਚਣ ਦੇ ਨੇ 100 ਪਾਰ ਹੁੰਦਾ ਮੁਸ਼ਕਲ ਟਾਕਰਾ ਆਪਣਿਆਂ ਦੇ ਵਾਰ ਦਾ। ਅੱਛੇ ਦਿਸ ਦੇ ਧਿਆਨ ਕਰੋ, ਅੱਛੇ ਦਿਸ ਦੇ ਬੰਦੇ ਨੂੰ ਡਰ ਲੱਗਦਾ ਹੈ, ਲੱਗਣਾ ਨਹੀਂ ਚਾਹੀਦਾ, ਪਰ ਲੱਗਦਾ ਹੈ। ਪਤਨੀ ਦੇ ਚਿਹਰੇ ਤੇ ਮੁਸਕਾਨ ਹੋਵੇ ਜਦ ਘਰ ਆਪਣਾ ਹੀ ਘਰ ਲੱਗਦਾ ਹੈ। ਘਰ ਸੁੱਖ ਹੋਇਆ, ਬਾਹਰ ਸੁੱਖ ਹੋਇਆ। ਇਸ ਕਰਕੇ ਜੇ ਘਰ ਵਿੱਚ ਗ੍ਰਹਿਣੀ ਦੇ ਨਾਲ ਸਾਡੀ ਸਾਂਝ ਆ, ਪਿਆਰ ਆ, ਤੇ ਨਾਲ ਪਿਆਰ ਹੈ, ਮਾਂ ਪੁੱਤ ਬੁਲਾਉਂਦਾ, ਗੁਰਬਾਣੀ ਦੇ ਵਿੱਚ ਬਹੁਤ ਵੱਡਾ ਟਾਈਮ ਦੀ ਕਮੀ ਹੋਣ ਕਰਕੇ ਮੈਂ ਇਹ ਗੱਲ ਬੀਬੀਆਂ ਨੂੰ ਇਸ ਕਰਕੇ ਮੈਂ ਜ਼ਿਆਦਾ ਕਹਿੰਦਾ ਮਹੱਤਵ ਦਿੰਦਾ। ਤੇ ਸਾਡੇ ਬੰਦਿਆਂ ਨੂੰ ਵੱਧ ਗਿਣਤੀ ਵਿੱਚ ਬੀਬੀਆਂ ਆਈਆਂ, ਮੈਂ ਇਹਨਾਂ ਦਾ ਬਹੁਤ ਧੰਨਵਾਦ ਆ। ਦਰਮਿਆਨ ਜੋ ਤੁਹਾਡੇ ਲੰਗਰ ਪੱਕਦਾ ਸੀ, ਇਸ ਪਲਾਟ ਦੇ ਵਿੱਚੋਂ ਤਕਸੀਮ ਹੁੰਦਾ ਸੀ, ਇੱਕ ਪਲਾਟ ਦੇ ਵਿੱਚੋਂ ਲੰਗਰ ਵੰਡਿਆ ਜਾਂਦਾ ਸੀ। ਇਹ ਜਿਹੜੀ ਥਾਂ ਦਾ ਸੁਹਾਵਾ, ਇਹ ਸਾਡੇ ਧਾਰੀਵਾਲ ਜੀ ਦੇ ਇੱਥੇ ਚੱਲ ਪਏ ਆ। ਔਰ ਸਾਡੇ ਇਸ ਇਲਾਕੇ ਦੇ ਗਰੀਬਾਂ ਗੁਰਮਿਆਂ ਨੂੰ ਇੱਥੋਂ ਲੰਗਰ ਲੈ ਕੇ ਜਾਂਦੇ ਰਹੇ ਔਰ ਬੈਠ ਕੇ ਲੰਗਰ ਛਕਦੇ ਰਹੇ।
ਅੱਜ ਇਸ ਜਿਹੜੀ ਮਹਾਨ ਹੈ ਪਵਿੱਤਰ ਧਰਤੀ ਦੇ ਵਿੱਚ ਸਾਡੇ ਸਨਮਾਨਯੋਗ ਧਾਲੀਵਾਲ ਸਾਹਿਬ ਜੀ ਦੇ ਅੱਜ ਚੱਲ ਪਏ ਆ ਔਰ ਇਹ ਸਾਡੀ ਜਿੱਤ ਦਾ ਪ੍ਰਤੀਕ ਆ। ਇਸ ਕਰਕੇ ਮੈਂ ਸਾਰੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਦਾ ਬਈ ਜਿਹੜੀ ਕਾਂਗਰਸ ਪਾਰਟੀ ਆ ਸਾਡੀ ਹਿੰਦੁਸਤਾਨ ਦੀ ਪਾਰਟੀ ਇੱਕੋ ਹੀ ਬੰਦਾ ਲਾਭ ਲੈਤਾ ਦੇਣ ਖਾਤਰ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਜਿਸ ਸਦਕਾ ਕਿ ਅੱਜ ਸਾਰੇ ਹੀ ਦੁਨੀਆ ਵਿੱਚ ਔਰ ਖਾਸ ਕਰਕੇ ਪੰਜਾਬ ਵਿੱਚ ਲੋਕ ਯਾਦ ਕਰਦੇ ਨੇ ਕਿ ਜੇਕਰ ਚੰਨੀ ਸਾਹਿਬ ਨੂੰ ਪੂਰੇ 5 ਸਾਲ ਦਾ ਸਮਾਂ ਮਿਲ ਜਾਵੇ ਤਾਂ ਪੰਜਾਬ ਦੀ ਨੁਹਾਰ ਬਦਲ ਦੇਣਗੇ। ਔਰ ਇਸ ਥੋੜੇ ਜਿਹੇ ਸਮੇਂ ਵਿੱਚ ਉਹਨਾਂ ਨੇ ਬੇਸ਼ੱਕ ਪੈਨਸ਼ਨਾਂ ਵਧਾਈਆਂ, ਸ਼ਗਨ ਸਕੀਮ ਵਧਾਈ, ਬੇਸ਼ੱਕ ਬਿਜਲੀ ਸੰਬੰਧੀ ਰੇਟਾਂ ਕੀਤੀਆਂ ਗਈਆਂ ਔਰ ਬੇਸ਼ੱਕ ਉਹਨਾਂ ਨੇ ਗੁਲਾਮਾਂ ਵਾਸਤੇ ਸੇਵਾ ਪੀ ਕੇ ਪਿਛੜ ਲਗਾਇਆ, ਮਹਿਲਾਵਾਂ ਲਈ ਬੱਸਾਂ ਵਿੱਚ ਮੁਫਤ ਸਫ਼ਰ ਕੀਤਾ ਦਿੱਤਾ ਔਰ ਫਿਰ ਨਾਲ ਹੀ ਨਾਮਿਤੀ ਦੇ ਅੰਦਰ ਜਿੰਨੇ ਵੀ ਰੱਖੇ ਹੈ ਉਹਨਾਂ ਦੇ ਮਾਲਕੀ ਹੱਕ ਲੋਕਾਂ ਨੂੰ ਦੇਣ ਵਾਸਤੇ ਪੰਜਾਬ ਵਾਸਤੇ ਦੇਣ ਵਾਸਤੇ ਕਾਰਵਾਈ ਕਰ ਰਹੀ ਹੈ। तो मेन मकसद यही है कि असी सारे कांग्रेस वर्कर जिथे दिन रात मेहनत करके इतने लगे हैं उन्होंने सबका ही अज असी सारे फगवाड़े सारे ही कांग्रेस पार्टी के वर्कर्स जिन्हें साढ़े दर्जा बदर्जा वर्कर्स ने जिन्हें साढ़े सीनियर वर्कर्स ने लोग एक चाहिए अज बेशक की कोई भी जो कहता तो बेशक की वही जो ਇਹਨਾਂ ਪਾਰਟੀਆਂ ਦੇ ਵਰਕਰ ਰਹਿ ਗਿਆ ਉਹ ਕਹਿੰਦੇ ਹੈਗੇ ਨੇ ਕਿ 2.5 ਸਾਲ ਦੇ ਵਿੱਚ ਫਗਵਾੜੇ ਦੇ ਹਰ ਖੇਤਰ ਵਿੱਚ ਪਿੰਡਾਂ ਵਿੱਚ ਵੀ ਵਾਰਡਾਂ ਵਿੱਚ ਵੀ ਉਹ ਵਿਕਾਸ ਜਿਹੜਾ ਹੋਇਆ ਉਹ ਪਿਛਲੇ 25 ਸਾਲਾਂ ਵਿੱਚ ਕਦੇ ਨਹੀਂ ਹੋਇਆ। ਇਸ ਵਾਸਤੇ ਮੈਂ ਸਾਡੇ ਸਾਰੇ ਹੀ ਪਾਰਟੀ ਵਰਕਰ ਦਾ ਅਹੁਦੇਦਾਰਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੀ ਜੀ ਜਾਨ ਲਗਾ ਕੇ ਜਿੱਥੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਵਾਇਆ ਉੱਥੇ ਹੀ ਇਸ ਖੇਤਰ ਦੀ ਵਿਕਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਵਾਰੀ ਮੈਂ ਕੋਈ ਫਿਰ ਜਿੱਥੇ ਆਪ ਸਭ ਦਾ ਧੰਨਵਾਦ ਕਰਦਾ। ਇਸ ਤੋਂ ਇਲਾਵਾ ਫਗਵਾੜਾ ਦੇ ਵਾਰਡ ਨੰਬਰ 8 ਵਿਖੇ ਵੀ ਸੰਜੀਵ ਬੁੱਗਾ ਦੀ ਅਗਵਾਈ ਹੇਠ ਸਰਦਾਰ ਧਾਲੀਵਾਲ ਦੇ ਹੱਕ ਵਿੱਚ ਭਰਵੀਂ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਹਾਜ਼ਰ ਹੋਏ। ਇਸ ਮੌਕੇ ਜਿੱਥੇ ਬੁਲਾਰਿਆਂ ਨੇ ਵਾਰਡ ਵਾਸੀਆਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਸੰਜੀਵ ਬੁੱਗਾ ਨੇ ਸਮੂਹ ਵੋਟਰਾਂ ਨੂੰ ਸਰਦਾਰ ਧਾਲੀਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਹਨਾਂ ਨੇ ਆਪਣੇ ਮੁਹੱਲੇ ਵਿੱਚ ਇਸ ਮੀਟਿੰਗ ਦਾ ਆਯੋਜਨ ਕੀਤਾ ਔਰ ਇਸ ਵਾਸਤੇ ਮੈਂ ਦਿਲੋਂ ਇਹਨਾਂ ਦਾ ਰਿਣੀ ਵੀ ਹੈ ਔਰ ਖਾਸ ਕਰਕੇ ਇਸ ਮੁਹੱਲੇ ਦਾ ਵੀ ਕਿ ਅਸੀਂ ਅੱਜ ਸ਼ਹਿਰ ਵਿੱਚ ਅਸੀਂ ਅੱਜ ਜਿਹੜੇ ਹੈਗੇ ਨੇ ਕੰਪੇਨਿੰਗ ਸਟਾਰਟ ਕੀਤੀ ਹੈ ਔਰ ਇਹ ਦੂਸਰੀ ਮੀਟਿੰਗ ਹੈ ਸਾਡੀ ਔਰ ਆਉਣ ਵਾਲੇ ਅਸੀਂ 70 ਦਿਨਾਂ ਦੇ ਵਿੱਚ ਸਾਰਾ ਫਗਵਾੜਾ ਸਿਟੀ ਕਵਰ ਕਰਨਾ ਹੈਗਾ। ਮੈਂ ਆਪ ਸਭ ਨੂੰ ਵਿਸ਼ਵਾਸ ਹੋਣਾ ਚਾਹੁੰਦਾ कि जिस तरह पिछले इलेक्शन ਵਿੱਚ आपने बहुत ही ਵੱਡੀ ਗਿਣਤੀ ਵਿੱਚ ਮੈਨੂੰ ਸਪੋਰਟ ਕਰਕੇ ਮੈਨੂੰ ਆਪਣਾ ਆਸ਼ੀਰਵਾਦ ਦੇ ਕੇ ਫਗਵਾੜਾ ਹਲਕੇ ਦੀ ਸੇਵਾ ਦਿੱਤੀ ਸੀਗੀ ਔਰ ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਫਗਵਾੜੇ ਵਿੱਚ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਔਰ ਹਲਕੇ ਦਾ ਵਿਕਾਸ जो पिछले अकाली दल बीजेपी सरकार समय लगभग 10 साल नहीं होया उसकी पूर्ति की जाए और उस बड़ी हैरानी वाली गल है कि लगातार 10 साल इत्थे अकाली दल बीजेपी का कब्जा रहा कॉरपोरेशन से पर उन्होंने किसी भी हल्के दे किसी भी वार्ड में डेवलपमेंट की कोई गतिविधि नहीं की और जो मैं आपके आशीर्वाद सदका सेवा शुरू की उदों कंपेनी के ही जाए जो मैं गया उदों देख के बड़ी हैरानी होती सी भी फगवाड़ा सिटी है जो कि सारे दुनिया में मशहूर है पर इतने डेवलपमेंट है ही नहीं। लोगों ने 20-25 साल हो गए कोठियां बनाइया और राह कच्चे और कई जगह से भी 2-2 फुट ਜਿਹੜਾ ਸੀ ਉੱਥੇ ਗੱਡੇ ਹੁੰਦੇ ਸੀਗੇ और जो बंदे ने वैसे पैदल चलना भी तो बहुत मुश्किल से खास करके NRI कॉलोनी में गया तो बहुत दुख भी होया और हैरानी भी हुई कि 10 साल ਜਿਹੜੇ ਇੱਥੇ बीजेपी अकाली दल काबज रही है उन्होंने ਕੀਤਾ ਕੀ है क्योंकि उदों मैं जॉब करता ਸੀਗਾ उदों देख के पता लगता ਸੀਗਾ कि ਇਹ
ਇਹ ਕਹਿੰਦੇ ਸੀਗੇ ਕਿ ਅਸੀਂ ਲਗਭਗ 400 ਕਰੋੜ ਰੁਪਇਆ ਜਿਹੜਾ ਹੈਗਾ ਫਗਵਾੜੇ ਵਿੱਚ ਖਰਚਿਆ। ਇਸ ਕਰਕੇ ਜਦੋਂ ਸੇਵਾ ਸ਼ੁਰੂ ਕੀਤੀ ਗਈ ਤਾਂ ਹਰ ਵਾਰਡ ਵਿੱਚ, ਹਰ ਮੁਹੱਲੇ ਵਿੱਚ ਉਸ ਦੀ ਲੋੜ ਅਨੁਸਾਰ ਵਿਕਾਸ ਦੇ ਕੰਮ ਸ਼ੁਰੂ ਕੀਤੇ ਗਏ। ਇਹ ਨਹੀਂ ਦੇਖਿਆ ਗਿਆ ਵੀ ਆਹ ਵਾਰਡ ਦੇ ਵਿੱਚ ਸਾਨੂੰ ਤਾਂ ਵੋਟਾਂ ਪਈਆਂ ਨਹੀਂ ਜਾਂ ਆਹ ਮੁਹੱਲੇ ਨੇ ਸਾਨੂੰ ਵੋਟਾਂ ਪਾਈਆਂ ਹੀ ਨਹੀਂ, ਤਾਂ ਵੀ ਇੱਥੇ ਦਾ ਨਹੀਂ ਕਰਨਾ ਜਾਂ ਆਹ ਹਲਕੇ ਦੇ ਵਿੱਚ। ਅਸੀਂ ਕੀ ਵਿਕਾਸ ਫਗਵਾੜੇ ਨੇ ਲਿਆ ਜਾਂ ਫਗਵਾੜੇ ਦੇ ਕਿੰਨੇ ਕੰਮ ਹੋਏ ਜਾਂ ਕਿੱਥੋਂ ਤੱਕ ਸਾਨੂੰ ਜਿਹੜੀ ਆ ਉਹ ਪਹਿਲੇ ਦੇ ਮੁਕਾਬਲੇ ਸਫਲਤਾ ਮਿਲੀ, ਇਸ ਦਾ ਮੁਲਾਂਕਣ ਆਪਾਂ ਹਰ ਮੁਹੱਲੇ ਵਿੱਚ, ਹਰ ਗਲੀ ਵਿੱਚ, ਹਰ ਥਾਂ ਤੇ ਕਰ ਸਕਦੇ ਹਾਂ। ਪਰ ਖਾਸ ਕਰਕੇ ਜਿਹੜੇ ਫਗਵਾੜੇ ਦੇ ਨਾਲ ਲੱਗਦੇ ਇਲਾਕੇ, ਸ਼ਹਿਰ ਦੇ ਨਵੇਂ ਵਸੇ ਸੀਗੇ, ਉਹਨਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਇਹ ਬੁੱਗਾ ਜੀ ਦਾ ਤੁਹਾਡਾ ਪੁਰਾਣਾ ਵਾਰਡ ਹੈ ਔਰ ਬੁੱਗਾ ਜੀ ਨੇ ਇਸ ਵਾਰਡ ਦੀ ਜਦੋਂ ਤੋਂ ਲੱਗੇ ਨੇ ਨੁਹਾਰ ਬਦਲੀ ਔਰ ਬਹੁਤ ਕੰਮ ਕਰਾਇਆ। ਔਰ ਕਿਸੇ ਟਾਈਮ ਤੇ ਇਹ ਹੁੰਦਾ ਸੀ ਵੀ ਸਾਰਾ ਕਮੇਟੀ ਦਾ ਪੈਸਾ ਬੁੱਗਾ ਹੀ ਲੈ ਗਿਆ, ਆਪਣੇ ਏਰੀਏ ਵਿੱਚ ਲਾਤਾ। ਔਰ ਇਸੇ ਤਰ੍ਹਾਂ ਜੇ ਸਾਡੇ ਐਮਸੀ ਸਾਹਿਬਾਨ ਨੂੰ ਇਸ ਗੱਲ ਲਈ ਜਾਣਿਆ ਜਾਂਦਾ ਸੀ ਤਾਂ ਇਸ ਗੱਲ ਲਈ ਵੀ ਅੱਜ ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ ਜਾਣਿਆ ਜਾਂਦਾ ਵੀ ਉਹਨਾਂ ਨੇ ਸਾਰੇ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਸੀ ਉਹਦੇ ਵਿੱਚੋਂ ਵੱਧ ਤੋਂ ਵੱਧ ਹਿੱਸਾ ਲਿਆ ਕੇ ਫਗਵਾੜੇ ਦੇ ਵਿੱਚ ਲਾਇਆ। ਔਰ ਜਿਹੜੀ ਸਹੂਲਤ ਫਗਵਾੜਾ ਤੋਂ ਵਾਂਝੀ ਸੀ ਉਹਨੂੰ ਦੂਰ ਕਰਨ ਦਾ, ਸਟਰੀਟ ਲਾਈਟ ਹੋਵੇ, ਪੱਕੀਆਂ ਸੜਕਾਂ ਹੋਣ, ਸੀਵਰੇਜ ਹੋਵੇ, ਵਾਟਰ ਸਪਲਾਈ ਹੋਵੇ, ਇਹ ਇੱਕ ਨਹੀਂ ਕਿਸੇ ਵੀ ਪੱਖ ਤੋਂ, ਔਰ ਕੱਲਾ ਸ਼ਹਿਰ ਨਹੀਂ ਪਿੰਡ। ਤੇ 2 ਸਾਲ ਜੋ ਇਹਨਾਂ ਨੇ ਤੁਹਾਨੂੰ ਵਿਕਾਸ ਦਿੱਤਾ, ਉਸ ਵਿਕਾਸ ਦੇ ਇਮੇਜ ਵਿੱਚ ਮੈਂ ਤੇ ਤੁਸੀਂ ਜ਼ਰੂਰ ਇਹ ਸਮਝਦੇ ਹੋਵੋਗੇ ਵੀ ਆਪਾਂ ਅੱਗਿਓਂ ਜਿਹੜਾ ਐਮਐਲਏ ਲਿਆਉਣਾ ਜਾਂ ਜਿਸ ਨੂੰ ਬਣਾਉਣਾ, ਜਿਹੜਾ ਸਾਡੇ ਦੁੱਖ ਦਰਦ ਨੂੰ ਸਮਝਦਾ ਹੋਵੇ, ਸਾਡੀਆਂ ਲੋੜਾਂ ਨੂੰ ਪੂਰਨ ਕਰਦੇ ਹੋਣ, ਫਿਰ ਤੁਹਾਨੂੰ ਤਾਂ ਇਹ ਜ਼ਿਆਦਾ ਹੋਰ ਛੇੜ ਜਾਂਦਾ ਕਿਉਂਕਿ ਧਾਲੀਵਾਲ ਸਾਹਿਬ ਬਿਲਕੁਲ ਤੁਹਾਡੇ ਨਜ਼ਦੀਕ ਰਹਿੰਦੇ ਆ, ਬਿਲਕੁਲ ਲਾਗੇ ਰਹਿੰਦੇ ਆ, ਜਦੋਂ ਮਰਜ਼ੀ ਤੁਸੀਂ ਪੈਦਲ ਜਾ ਕੇ ਵੀ ਇਹਨਾਂ ਤੱਕ ਅਪਰੋਚ ਕਰ ਸਕਦੇ। ਸੋ ਮੈਂ ਅਖੀਰ ਵਿੱਚ ਸਾਰਿਆਂ ਭਰਾਵਾਂ ਨੂੰ ਧਾਲੀਵਾਲ ਜੀ ਐਮਐਲਏ ਸਾਹਿਬ, ਉਹਨਾਂ ਦੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਤਵਾਜ ਜੀ, ਅਸ਼ੋਕ ਗੁਪਤਾ ਜੀ, ਨਾਲ ਸਾਡੇ ਦਲਾਵਰ ਸਿੰਘ ਲੰਬੜਦਾਰ ਜੀ ਬੈਠੇ ਆ, ਔਰ ਇਸ ਮੁਹੱਲੇ ਤੋਂ ਸਾਡੀਆਂ ਮਾਤਾਵਾਂ ਭੈਣਾਂ ਵੀਰ। ਅੱਜ ਆਪਾਂ ਐਮਐਲਏ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਦੇ ਹੱਕ ਦੇ ਵਿੱਚ, ਕਿਉਂਕਿ ਮੀਟਿੰਗ ਛੋਟੀ ਜਿਹੀ ਮੀਟਿੰਗ ਰੱਖੀ ਆ, ਸਿਰਫ ਇਸੇ ਮਹੱਲੇ ਦੇ ਬੰਦੇ ਆ, ਔਰ ਮੈਂ ਸਮਝਦਾ ਕਿ ਇਹਨਾਂ ਦਾ ਹਰ ਦਿਲ ਦੇ ਵਿੱਚ ਲੋਕਾਂ ਦੇ ਲਈ ਲੋਕ ਜੋ ਇਹਨਾਂ ਦੇ ਬਾਰੇ ਸੋਚ ਰਹੇ ਆ ਵੀ ਜਿਹੜੇ ਨੇ ਵਧੀਆ ਇਨਸਾਨ ਨੇ, ਸ਼ਰੀਫ ਇਨਸਾਨ ਨੇ, ਔਰ ਜਿਹੜਾ ਕੰਮ ਕਰਨ ਵਾਲੇ ਨੇ। ਸੋ ਅੱਜ ਇਹ ਸਾਡੇ ਇਸ ਮੁਹੱਲੇ ਦੇ ਵਿੱਚ ਆਏ ਆ, ਇੱਕ ਜੋਤ ਕਲੋਨੀ ਦੇ ਵਿੱਚ। ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਆਖਦਾ ਤੁਹਾਡੇ ਵੱਲੋਂ, ਸਾਰਿਆਂ ਵੱਲੋਂ। ਔਰ ਮੈਂ ਇਹੀ ਆਸ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਨਾਂ ਨੂੰ, ਕਿਉਂਕਿ 20 ਤਰੀਕ ਨੂੰ ਵੋਟਾਂ ਪੈਣੀਆਂ, ਆਪਣਾ ਅੱਜ ਤੱਕ ਕਿਉਂਕਿ 20 ਸਾਲ ਤੁਹਾਡੀ ਸੇਵਾ ਕਰਦਿਆਂ ਨੂੰ ਮੈਨੂੰ ਹੋ ਗਿਆ, ਤੁਹਾਡੀ ਜਿਹੜੀ ਆਸ਼ੀਰਵਾਦ ਨਾਲ ਕੌਂਸਲਰ ਬਣਦਾ ਰਿਹਾ। ਜਿੰਨਾ ਚਿਰ ਤੁਹਾਡਾ ਹੁਕਮ ਹੋਊਗਾ ਸੇਵਾ ਕਰਾਂਗੇ। ਔਰ ਤੁਸੀਂ ਤਨ ਮਨ ਧਨ ਦੇ ਨਾਲ ਕਾਂਗਰਸ ਦੀ ਜਿਹੜੀ ਵਾਗਡੋਰ ਉਹ ਸੰਭਾਲੀ ਆ, ਔਰ ਸਾਡੇ ਕੈਂਡੀਡੇਟ ਨੂੰ ਵੋਟਾਂ ਪਾ ਕੇ ਅੱਜ ਮੈਂ ਇਹੀ ਬੇਨਤੀ ਕਰਨੀ ਆ ਕਿ 20 ਤਰੀਕ ਨੂੰ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ ਵੋਟਾਂ ਪਾ ਕੇ ਆਪਾਂ ਵਿਧਾਨ ਸਭਾ ਦੇ ਵਿੱਚ ਭੇਜਣਾ, ਔਰ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਬਣਾ ਕੇ, ਇਹ ਗੱਲ ਪੱਕੀ ਆ ਕਿ ਜਦੋਂ ਕਾਂਗਰਸ ਦੀ ਸਰਕਾਰ ਬਣਦੀ ਆ ਤੇ ਇਹ ਜਿਹੜਾ ਫਗਵਾੜੇ ਨੂੰ ਮੰਤਰੀ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਬਣਨਾ। ਔਰ ਮੈਂ ਸਾਰਿਆਂ ਨੂੰ ਇਸ ਮੌਕੇ ਸਰਦਾਰ ਧਾਲੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਫਗਵਾੜਾ ਵਾਸੀਆਂ ਨੇ ਉਹਨਾਂ ਨੂੰ 2.5 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ, ਠੀਕ ਉਸੇ ਤਰ੍ਹਾਂ ਹੀ ਉਹ ਉਹਨਾਂ ਨੂੰ 5 ਸਾਲ ਸੇਵਾ ਕਰਨ ਦਾ ਮੌਕਾ ਦੇਣ ਤਾਂ ਜੋ ਉਹ ਫਗਵਾੜਾ ਵਾਸੀਆਂ ਦੀ ਸੇਵਾ ਕਰ ਸਕਣ। ਉਹਨਾਂ ਸਮੂਹ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਤਾਂ ਜੋ ਫਗਵਾੜਾ ਹਲਕੇ ਦਾ ਚਹੁਪੱਖੀ ਵਿਕਾਸ ਕਰਵਾਇਆ ਜਾ ਸਕੇ। ਕਿ ਅਸੀਂ ਕੇਸ ਰੈਫਰ ਕਰਦੇ ਹਾਂ, ਤੁਸੀਂ ਇਹਨਾਂ ਨੂੰ ਅੰਮ੍ਰਿਤਸਰ ਲੈ ਜਾਓ। ਔਰ ਮੈਂ ਉਸ ਟਾਈਮ ਬਹੁਤ ਘਬਰਾ ਗਿਆ। ਮੈਂ ਤਲੋਕ ਜੀ ਨੂੰ
ਫੋਨ ਕੀਤਾ ਔਰ ਮੇਰੀ ਧਾਲੀਵਾਲ ਸਾਹਿਬ ਨਾਲ ਗੱਲ ਕਰਵਾਈ ਔਰ ਧਾਲੀ ਸਾਹਿਬ ਨੇ ਮੈਨੂੰ ਉਹ ਵਕਤ ਯਾਦ ਆਉਂਦਾ ਹੈ ਕਿ ਉਸ ਟਾਈਮ ਇਹਨਾਂ ਨੇ ਇੰਨੀ ਪੇਨ ਲਈ ਕਿ ਜਿਸ ਤਰ੍ਹਾਂ ਇੱਕ ਘਰ ਦਾ ਮੈਂਬਰ ਪਰੇਸ਼ਾਨੀ 'ਚ ਫਸਿਆ ਹੋਇਆ ਹੈ ਔਰ ਮੈਂ ਇਹਦੀ ਹੈਲਪ ਕਰਨੀ ਹੈ। ਔਰ ਡਾਕਟਰ ਨੇ ਕਿਹਾ ਕਿ ਅਸੀਂ ਇਹ ਕੇਸ ਰੱਖ ਨਹੀਂ ਸਕਦੇ। ਤੇ ਉਸ ਤੋਂ ਬਾਅਦ ਧਾਲੀਵਾਲ ਸਾਹਿਬ ਨਾਲ ਮੇਰੀ ਗੱਲ ਹੋਈ। ਧਾਲੀਵਾਲ ਸਾਹਿਬ ਨੇ ਇਹ ਗੱਲ ਕਹੀ ਕਿ ਸ਼ਰਮਾ ਜੀ ਤੁਸੀਂ ਘਬਰਾਓ ਨਹੀਂ ਔਰ ਇੱਥੇ ਹੀ ਟ੍ਰੀਟਮੈਂਟ ਹੋਏਗਾ ਔਰ ਹਰ ਤਰੀਕੇ ਨਾਲ ਹੋਏਗਾ। ਮੈਂ ਵੇਟ ਕੀਤਾ। ਥੋੜੀ ਦੇਰ ਬਾਅਦ ਜਦ ਕਿ ਡਾਕਟਰ ਉਹ ਰੱਖਣ ਨੂੰ ਤਿਆਰ ਨਹੀਂ ਸੀਗੇ ਮੇਰੀ ਮਿਸਿਸ ਨੂੰ, ਔਰ ਉਸ ਤੋਂ ਬਾਅਦ ਡਾਕਟਰਾਂ ਨੇ ਇੱਕਦਮ ਨੱਠ-ਭੱਜ ਸ਼ੁਰੂ ਕਰ ਦਿੱਤੀ। ਸਟ੍ਰੈਚਰ ਲੈ ਆਏ ਔਰ ਫੌਰਨ ਐਡਮਿਟ ਕੀਤਾ। ਟ੍ਰੀਟਮੈਂਟ ਬੜੇ ਸਹੀ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਨਾਂ ਦਾ ਇਲਾਜ ਕੀਤਾ। ਦਿਨ ਪਰ ਦਿਨ ਠੀਕ ਹੁੰਦੇ ਗਏ। ਉਸ ਤੋਂ ਬਾਅਦ ਧਾਲੀਵਾਲ ਸਾਹਿਬ ਦਾ ਵੀ ਫੋਨ ਡਾਕਟਰਾਂ ਨੂੰ ਆਉਂਦਾ ਰਿਹਾ। ਇਹਨਾਂ ਦੇ ਜਿਹੜੇ ਪੀਐਸ ਸਾਹਿਬ ਸੀਗੇ ਅਮਰਿੰਦਰ ਜੀ, ਉਹਨਾਂ ਦਾ ਬਾਰ-ਬਾਰ ਫੋਨ ਆ ਰਹਿੰਦਾ ਸੀ ਦਿਨ ਦੇ ਵਿੱਚ 2-2 3 ਵਾਰ ਕਿ ਕੰਡੀਸ਼ਨ ਕਿਆ ਹੈ। ਔਰ ਅੱਜ ਮੈਂ ਇਹ ਬੜੇ ਫਖਰ ਨਾਲ ਕਹਿ ਰਿਹਾ ਕਿ ਧਾਲੀਵਾਲ ਸਾਹਿਬ ਦੀ ਬਦੌਲਤ ਮੇਰੇ ਮਿਸਿਸ ਬਿਲਕੁਲ ਘਰ ਬਿਲਕੁਲ ਸਹੀ ਬੈਠੇ ਆ। ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜਿੰਦਾਬਾਦ। ਇਸ ਤੋਂ ਬਾਅਦ ਮੈਂ ਹੋਰ ਵੀ ਦੱਸਣਾ ਚਾਹੁੰਦਾ ਹਾਂ ਕਿ ਗੌਰਮੈਂਟਾਂ ਬਹੁਤ ਆਈਆਂ। ਸਾਡੀ ਕਲੋਨੀ ਦਾ ਹਾਲ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਉਹ ਇਹ ਸੀਗਾ ਕਿ ਬਾਰਿਸ਼ ਦੇ ਵਿੱਚ ਹਾਲਤ ਇੰਨੀ ਖਰਾਬ ਸੀਗੀ, ਲੰਘਣਾ ਮੁਸ਼ਕਲ ਸੀਗਾ, ਮੱਛਰ ਮੱਖੀ, ਸਟਰੀਟ ਲਾਈਟਾਂ, ਅੰਧੇਰਾ। ਔਰ ਉਸ ਤੋਂ ਬਾਅਦ ਸਾਡੀ ਪਹਿਲੀਆਂ ਜਿਹੜੀਆਂ ਗੌਰਮੈਂਟਾਂ ਦੇ ਕੋਲ ਅਸੀਂ ਬਹੁਤ ਨੱਠ-ਭੱਜ ਕੀਤੀ। ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ ਦੇ ਕਈ ਆਦਮੀ ਇਕੱਠੇ ਕਰਕੇ ਅਸੀਂ ਉਹਨਾਂ ਦੇ ਪਾਸ ਜਾਂਦੇ ਰਹੇ। ਸਾਡੇ ਉਹਨਾਂ ਨੇ ਵਾਅਦਾ ਕੀਤਾ, ਪ੍ਰੋਮਿਸ ਕੀਤਾ ਕਿ ਹਰ ਹਾਲਤ ਵਿੱਚ ਤੁਹਾਡੇ ਸੀਵਰੇਜ ਪਏਗਾ। ਮਗਰ ਉਸ ਤੋਂ ਬਾਅਦ ਟਾਈਮ ਆਏ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਇਹਦਾ ਲੈਵਲ ਨਹੀਂ ਬਣਦਾ, ਅਸੀਂ ਸੀਵਰੇਜ ਨਹੀਂ ਪਾ ਸਕਦੇ। ਫਿਰ ਉਸ ਤੋਂ ਬਾਅਦ ਅਸੀਂ ਤਰਲੋਕ ਜੀ ਨੂੰ ਨਾਲ ਲੈ ਕੇ, ਤਰਲੋਕ ਜੀ ਨੇ ਸਾਡੇ ਨਾਲ ਬਹੁਤ ਹੈਲਪ ਕੀਤੀ ਉਸ ਏਰੀਏ ਦੀ ਔਰ ਅਸੀਂ ਧਾਲੀਵਾਲ ਸਾਹਿਬ ਕੋਲ ਗਏ। ਉਹਨਾਂ ਨੇ ਆਪਣੇ ਪੱਲਿਓਂ ਵੀ ਖਰਚਾ ਕਰਕੇ ਧਾਲੀਵਾਲ ਸਾਹਿਬ ਨੇ, ਤਰਲੋਕ ਜੀ ਨੇ ਔਰ ਲੈਵਲ ਕਰਵਾਇਆ। ਪਟਿਆਲੇ ਤੋਂ ਆਦਮੀ ਸਪੈਸ਼ਲਿਸਟ ਬੁਲਾਏ। ਉਸ ਤੋਂ ਬਾਅਦ ਅੱਜ ਮੈਂ ਇਹ ਕਹਿ ਸਕਦਾ ਕਿ ਸਾਡੇ ਉਸ ਏਰੀਏ ਦੇ ਵਿੱਚ ਸਿਰਫ ਇੱਕ ਗਲੀ ਦਾ ਬਾਕੀ ਪੈਂਡਿੰਗ ਕੰਮ ਰਹਿੰਦਾ, ਬਾਕੀ ਸਾਡੇ ਉਸ ਏਰੀਏ ਵਿੱਚ ਪੂਰਾ ਸੀਵਰੇਜ ਪੈ ਗਿਆ। ਅਸੀਂ ਸਟਰੀਟ ਲਾਈਟਾਂ ਦੀ ਹਾਲਤ ਬੜੀ ਕੰਡੀਸ਼ਨ ਬੜੀ ਅੱਛੀ ਹੈ ਔਰ ਅਸੀਂ ਧਾਲੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਤਰਲੋਕ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਕੰਮ ਕਰੀ ਜਾਂਦੇ ਅਕਾਲੀ ਹੋਣੇ ਉਹਨਾਂ ਦੇ ਵੀ ਕੰਮ ਕਰੀ ਜਾਂਦੇ, ਬੀਜੇਪੀ ਵਾਲੇ ਉਹਨਾਂ ਦੇ ਵੀ ਕੰਮ ਕਰੀ ਜਾਂਦੇ ਆ। ਇਹਨਾਂ ਕਹਿੰਦਾ ਯਾਰ ਆਪਣਾ ਕੀ ਲੱਗਦਾ, ਜੇ ਕਿਸੇ ਦਾ ਫਾਇਦਾ ਹੋ ਜਵੇ ਤਾਂ ਉਹ ਅਸੀਂ ਕਹਿੰਦੇ ਫਾਇਦਾ ਹੋ ਗਿਆ, ਕੰਮ ਤੁਹਾਡੇ ਕੋਲ ਆ, ਜਿਹਦਾ ਵੋਟਾਂ ਨੇ ਉਧਰ ਪਾਉਣੀਆਂ। ਕਹਿੰਦੇ ਨਹੀਂ, ਪਰ ਅੱਜ ਉਹਦਾ ਸਬੂਤ ਹੈ। ਮੈਂ 2 ਮਿੰਟ 'ਚ ਆਪਣੀ ਗੱਲ ਨੂੰ ਖਤਮ ਕਰ ਦੇਣਾ। ਅੱਜ ਉਹਦਾ ਸਬੂਤ ਹੈ ਭਾਜੀ। ਅੱਜ ਅਸੀਂ ਮਹੱਲਿਆਂ ਦੇ ਵਿੱਚ ਜਾਂਦੇ ਆ, ਲੋਕਾਂ ਨੂੰ ਮੀਟਿੰਗਾਂ ਕਰਦੇ ਆ। ਹੁਣੇ ਭਗਤਪੁਰੇ ਤੋਂ ਮੀਟਿੰਗ ਕਰਕੇ ਆਏ ਆ ਅਸੀਂ। ਉਸ ਤੋਂ ਪਹਿਲਾਂ ਪ੍ਰਾਈਵੇਟ ਮੀਟਿੰਗ ਕੀਤੀ ਆ, ਪਰਮਾਨ ਨਗਰ ਮੀਟਿੰਗ ਕਰਕੇ ਆਏ ਆ। ਤੁਸੀਂ ਯਕੀਨ ਕਰਿਓ, ਇੰਨੀਆਂ ਕੁ ਮਾਵਾਂ ਭੈਣਾਂ ਵੀਰ ਬਜ਼ੁਰਗ ਸਾਡੇ ਉਹਨਾਂ ਮੀਟਿੰਗਾਂ 'ਚ 200-250 ਬੰਦੇ ਦੀ ਮੀਟਿੰਗ ਹੋਈ ਆ। ਉਹ ਸਿਰਫ ਉਸ ਕਰਕੇ ਹੋਈ ਆ ਕਿਉਂਕਿ ਇਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਕੰਮ ਕੀਤਾ ਔਰ ਸਾਰਿਆਂ ਦਾ ਕੰਮ ਕੀਤਾ। ਅੱਜ ਲੋਕਾਂ ਦੇ ਮਨ 'ਚ ਇੱਕੋ ਇੱਕ ਗੱਲ ਹੈ, ਯਾਰ ਅਸੀਂ ਕਾਂਗਰਸ ਪਾਰਟੀ ਦਾ ਵੋਟ ਪਾਉਣੀ ਪਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਵੋਟ ਪਾਉਣੀ। ਆਮ ਗੱਲ ਹੁੰਦੀ ਹੈ, ਕਹਿੰਦੇ ਜੇ ਸ਼ਰੀਫ ਬੰਦਾ ਬਾਹ ਫੜ ਕੇ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਲੈ ਜਾਵੇ, ਇਹੋ ਜਿਹਾ ਐਮਐਲਏ ਲੱਭਣਾ। ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ, ਜੇ ਮੇਰੇ ਕੋਲ ਕੋਈ ਗਲਤ ਗੱਲ ਹੋ ਜਾਵੇ, ਮੇਰੀ ਗੱਲ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ, ਮੈਂ ਸਾਰਿਆਂ ਕੋਲ ਖਿਮਾ ਦਾ ਜਾ ਚੁੱਕਿਆ। ਔਰ ਸ਼ਹਿਰ ਦੀ ਸ਼ਾਨ ਸਾਡੇ ਐਮਐਲਏ ਤੇ ਸਾਡੇ ਆਉਣ ਵਾਲੇ ਵੀ ਐਮਐਲਏ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਦਾ। ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜਿੰਦਾਬਾਦ। ਮੈਂ ਇਹਨਾਂ ਦਾ ਇੱਥੇ ਜਿੰਦਾਬਾਦ। ਮੈਂ ਧਾਲੀਵਾਲ ਜੀ ਦਾ ਤੇ ਸਾਡੀ ਸਾਰੀ ਟੀਮ ਦਾ ਇੱਥੇ ਆਇਆਂ ਦਾ ਆਪਣੇ ਇਸ 11 ਨੰਬਰ ਵਾਰਡ ਵਾਸੀਆਂ ਵੱਲੋਂ ਗੁਰੂ ਹਰਕ੍ਰਿਸ਼ਨ ਨਗਰ ਵਾਲੇ ਔਰ ਸਾਰੇ ਸਾਡੇ ਜਿੰਨੇ ਵੀ ਸਾਡੇ 8-9 ਮਹੱਲੇ ਪੈਂਦੇ ਆ 11 ਨੰਬਰ ਵਾਰਡ ਦੇ ਵਿੱਚ, ਉਹਦੇ ਵਿੱਚ ਸਾਰੇ ਸੁਖਚੈਨ ਨਗਰ ਤੋਂ, ਗੌਂਸਪੁਰ ਤੋਂ, ਆਪਣੇ ਵਿਸ਼ਕਰਮਾ ਕਲੋਨੀ ਤੋਂ, ਅਮਰ ਨਗਰ ਤੋਂ, ਨਿਊ ਗੁਰੂ ਹਰਕ੍ਰਿਸ਼ਨ ਨਗਰ ਤੋਂ, ਸਾਰੇ ਮਹੱਲਿਆਂ ਤੋਂ ਇੱਥੇ ਬੰਦੇ ਆ ਕੇ ਬੈਠੇ ਆ। ਧਾਲੀਵਾਲ ਸਾਹਿਬ ਜੀ ਦੇ ਪਿਆਰ ਸਦਕਾ ਇਹ ਸਾਰੇ 6:30 ਵਜੇ ਦੇ ਇੱਥੇ ਆਏ ਹੋਆ ਜੀ। ਤੇ ਇਹ ਇਹਨਾਂ ਦਾ ਪਿਆਰ ਹੀ ਹੈ ਜੀ, ਜਿਹੜੇ ਇੰਨੀ ਦੇਰ ਤੋਂ ਤੁਹਾਡੇ ਨਾਲ ਬੈਠੇ ਆ। ਔਰ ਬਹੁਤ ਇਹਨਾਂ ਦੇ ਮਨ 'ਚ ਚਾਅ ਸੀ ਵੀ ਧਾਲੀਵਾਲ ਸਾਹਿਬ ਅੱਜ ਆ ਰਹੇ ਆ, ਬੜੀ ਖੁਸ਼ੀ ਸੀ ਇਹਨਾਂ ਨੂੰ ਇਸ ਗੱਲ ਦੀ। ਮੈਂ ਜ਼ਿਆਦਾ ਤਾਂ ਗੱਲਾਂ ਕੀ ਕਰਾਂ, ਮੈਂ
ਸਿਰਫ ਆਪਣੇ ਵਾਰਡ ਵਾਸੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਆਪਾਂ ਧਾਲੀਵਾਲ ਸਾਹਿਬ ਨੂੰ ਵੋਟ ਪਾਉਣੀ ਕਿਉਂ ਆ। ਜਿਹੜੇ ਗੁਰੂ ਹਰਕ੍ਰਿਸ਼ਨ ਨਗਰ ਵਾਲੇ ਬੰਦੇ ਤਾਂ ਚਲੋ ਇਹਨਾਂ ਦੀਆਂ ਤਾਂ ਗਲੀਆਂ ਵੀ ਬਣੀਆਂ ਸੀ ਤੇ ਸੀਵਰੇਜ ਵੀ ਪਏ ਹੋਏ ਸੀ। ਜਿਹੜਾ ਮੇਰਾ ਬਾਕੀ ਸਾਰਾ ਵਾਰਡ ਆ, ਉਸ ਵਾਰਡ ਦੇ ਵਿੱਚ ਮੈਨੂੰ 25 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ। 25 ਸਾਲਾਂ ਦੇ ਵਿੱਚ ਮੈਂ ਦੇਖਿਆ ਕਿੰਨੇ ਐਮਐਲਏ ਆਏ, ਕਿੰਨੇ ਗਏ, ਹਰੇਕ ਪਾਰਟੀ ਦਾ ਆਇਆ, ਕੋਈ ਇਹ ਨਹੀਂ ਵੀ ਕਾਂਗਰਸ ਦੇ ਹੀ ਆਏ, ਜ਼ਿਆਦਾਤਰ ਤਾਂ ਆਪਣੇ ਬੀਜੇਪੀ ਵਾਲੇ ਰਹੇ ਜਾਂ ਹੋਰ ਆਏ। ਲੇਕਿਨ ਪਿਛਲੇ 25 ਸਾਲਾਂ ਚੋਂ ਮੇਰੇ ਇਹ 8 ਮਹੱਲਿਆਂ ਦੇ ਵਿੱਚ ਕਿਸੇ ਨੇ ਇੱਕ ਪੰਜੀ ਵੀ ਨਹੀਂ ਖਰਚੀ ਤੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਸਾਹਿਬ ਨੇ 5 ਕਰੋੜ ਰੁਪਈਆ ਮੇਰੇ ਵਾਰਡ ਦੇ ਦਿੱਤੇ। ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜਿੰਦਾਬਾਦ। ਤੁਸੀਂ ਮੇਰਾ ਖਿਆਲ ਇੱਥੇ ਮੇਰੇ ਤੋਂ ਕਾਫੀ ਸਿਆਣੇ ਵੀ ਬੈਠੇ ਆ, ਮੇਰੇ ਤੋਂ ਜ਼ਿਆਦਾ ਉਮਰ ਦੇ ਵੀ ਬੈਠੇ ਆ, ਮੈਨੂੰ ਕੋਈ ਨਹੀਂ ਇਹ ਗੱਲ ਕਹਿ ਸਕਦਾ ਵੀ ਕਿਸੇ ਐਮਐਲਏ ਨੇ ਸਾਨੂੰ ਇੱਥੇ 5 ਲੱਖ ਵੀ 25 ਸਾਲਾਂ 'ਚ ਦਿੱਤਾ ਹੋਵੇ। ਤੇ ਇੱਥੇ 5 ਕਰੋੜ ਰੁਪਈਆ ਸਾਡੇ ਵਾਰਡ ਦੇ ਉੱਤੇ ਲੱਗਾ। ਅੱਜ ਸਾਡੇ ਸੁਖਚੈਨ ਨਗਰ ਦੀਆਂ ਗਲੀਆਂ, ਰਾਜੂ ਭਾਜੀ ਬੈਠੇ ਆ, ਪਰਮਿੰਦਰ ਭਾਜੀ ਬੈਠੇ, ਪਰਮਾਰ ਸਾਹਿਬ ਬੈਠੇ ਆ। ਪਰਮਾਰ ਸਾਹਿਬ ਨੂੰ ਪਤਾ ਇਹ ਕਿੱਦਾਂ ਸਾਡੇ ਮਗਰ ਕਹਿੰਦੇ ਨਹੀਂ ਸਾਡੀ ਗਲੀ ਬਣਾ ਦਿਓ, ਕਿਉਂ ਪਰਮਾਰ ਸਾਹਿਬ? ਅੱਜ ਉਹਨਾਂ ਗਲੀਆਂ ਦੇ ਵਿੱਚ ਤੁਸੀਂ ਕਾਰਾਂ ਲੈ ਕੇ ਨਾ ਭਾਵੇਂ 40-50 ਦੀ ਸਪੀਡ ਤੇ 60 ਦੀ ਸਪੀਡ ਤੇ ਨਿਕਲ ਜਾਓ। ਨਹੀਂ ਤਾਂ ਪਹਿਲਾਂ ਇਹ ਹਾਲ ਸੀ ਵੀ ਸਾਡੇ ਮਹੱਲੇ ਦੇ ਲੋਕ ਨਿਆਣਿਆਂ ਨੂੰ ਰਿਸ਼ਤੇ ਨਹੀਂ ਸੀ ਆਉਂਦੇ। ਉਹ ਕਹਿੰਦੇ ਕਿੱਥੇ ਘਰ ਬਣਾ ਕੇ ਬੈਠੇ ਆ, ਇੱਥੇ ਸਾਡੀਆਂ ਕੁੜੀਆਂ ਨੂੰ ਟੋਇਆਂ 'ਚ ਬਿਠਾਉਣਾ ਤੁਸੀਂ ਲਿਆ ਕੇ। ਤੇ ਅੱਜ ਉਹ ਸਾਡਾ ਮਹੱਲਾ ਗੁਰੂ ਹਰਕ੍ਰਿਸ਼ਨ ਨਗਰ ਦੀ ਤਰ੍ਹਾਂ, ਗੁਰੂ ਹਰਗੋਬਿੰਦ ਨਗਰ ਦੀ ਤਰ੍ਹਾਂ ਅੱਜ ਉਹ ਪੌਸ਼ ਏਰੀਏ ਬਣ ਕੇ ਤਿਆਰ ਹੋ ਗਏ ਆ ਸਾਰੇ। ਔਰ ਇਹ ਧਾਲੀਵਾਲ ਸਾਹਿਬ ਦੀ ਦੇਣ ਆ ਵੀ ਅੱਜ ਸਾਡਾ 95% ਕੰਮ ਜਿਹੜਾ ਉਹ ਨਿਬੜ ਗਿਆ ਤੇ ਜਿਹੜਾ 5% ਰਹਿੰਦਾ ਆ ਮੇਰੇ ਢਿੱਲੋਂ ਨਗਰ ਦਾ ਕੰਮ, ਉਹਦੇ ਵੀ ਟੈਂਡਰ ਪਾਸ ਹੋ ਗਏ ਆ। ਸਿਰਫ ਮੈਂ ਕਦੇ ਕਿਸੇ ਪੋਲੀਟੀਕਲ ਪ੍ਰੋਗਰਾਮ ਦੇ ਵਿੱਚ ਨਹੀਂ ਗਿਆ, ਇਹ ਮੇਰਾ ਫਰਸਟ ਐਕਸਪੀਰੀਅੰਸ ਹੈ। ਇਹ ਵੀ ਸਿਰਫ ਧਾਲੀਵਾਲ ਸਾਹਿਬ ਦਾ ਸਦਕਾ ਹੀ ਆ ਕਿ ਮੈਂ ਇੱਕ ਵਾਰ ਇਹਨਾਂ ਕੋਲ ਕੰਮ ਗਿਆ। ਜਿੱਦਾਂ ਪਹਿਲਾਂ ਕੁਝ ਸੱਜਣ ਕਹਿ ਕੇ ਹਟਿਆ ਕਿ ਕੋਈ ਵੀ ਇਹਨਾਂ ਕੋਲ ਜਾ ਸਕਦਾ, ਮੈਂ ਵੀ ਕੋਈ ਵੀ ਬਣ ਕੇ ਗਿਆ ਇਹਨਾਂ ਕੋਲ ਤੇ ਮੇਰਾ ਕੰਮ ਰੁਕਿਆ ਨਹੀਂ। ਪਹਿਲਾਂ ਮੈਂ ਤਰਲੋਕ ਸਿੰਘ ਜੀ ਨੂੰ ਨਾਲ ਲੈ ਕੇ ਗਿਆ ਤੇ ਤਦ ਵੀ ਮੇਰਾ ਕੰਮ ਨਹੀਂ ਰੁਕਿਆ। ਜਦੋਂ ਫਿਰ ਮੈਂ ਇਕੱਲਾ ਗਿਆ ਤਦ ਵੀ ਮੇਰਾ ਕੰਮ ਨਹੀਂ ਰੁਕਿਆ। ਸੋ ਮੈਂ ਇਹ ਚਾਹੁੰਦਾ ਜੀ ਕਿ ਮੇਰਾ ਫਰਸਟ ਐਕਸਪੀਰੀਅੰਸ ਕਿਸੇ ਪੋਲੀਟੀਸ਼ੀਅਨਸ ਨੂੰ ਮਿਲਣ ਦਾ ਔਰ ਉਹਨਾਂ ਤੋਂ ਬੜੇ ਖਿੜੇ ਮੱਥੇ ਕੋਈ ਕੰਮ ਲੈਣ ਦਾ ਔਰ ਕੰਮ ਨੂੰ ਸਿਰੇ ਚਾੜਨ ਦਾ, ਉਹ ਮੈਂ ਇਹਨਾਂ ਤੋਂ ਐਕਸਪੀਰੀਅੰਸ ਕੀਤਾ। ਅਦਰਵਾਈਜ਼ ਮੈਂ ਸੁਣਦਾ ਹੀ ਸੀਗਾ ਵੀ ਪੋਲੀਟੀਕਲ ਕਿਸੇ ਵੀ ਪਾਰਟੀ ਕੋ ਚਲੇ ਜਾਓ, ਜਦੋਂ ਵੋਟਾਂ ਮਿਲ ਜਾਣ ਫਿਰ ਤੂੰ ਕੌਣ ਤੇ ਮੈਂ ਕੌਣ। ਪਰ ਉਹ ਮਾਹੌਲ ਮੈਨੂੰ ਇਹਨਾਂ ਦੇ ਕੋਲੋਂ ਨਹੀਂ ਲੱਗਾ। ਸੋ ਮੈਂ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਮੈਂ ਬਿਨਾਂ ਕਿਸੇ ਪੋਲੀਟੀਕਲ ਐਕਸਪੀਰੀਅੰਸ ਤੋਂ, ਬਿਨਾਂ ਕਿਸੇ ਪੋਲੀਟੀਕਲ ਸਟੇਜ ਤੋਂ ਕਦੇ ਬੋਲਿਆ, ਮੈਂ ਇੱਕੋ ਹੀ ਬੇਨਤੀ ਕਰਾਂਗਾ ਕਿ ਆਪਾਂ ਧਾਲੀਵਾਲ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਕਾਮਯਾਬ ਕਰੀਏ ਤਾਂ ਕਿ ਜੋ ਐਕਸਪੀਰੀਅੰਸ ਮੈਂ ਕੀਤਾ ਅਤੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇਸ਼ ਭਾਰਦਵਾਜ ਜੀ ਤੇ ਮੇਰੇ ਬਜ਼ੁਰਗ, ਮੇਰੇ ਵੀਰ, ਅੱਜ ਸਮਾਂ ਆ ਗਿਆ ਦੁਆਰਾ ਸਾਨੂੰ ਫਗਵਾੜੇ ਦਾ ਨੁਮਾਇੰਦਾ ਚੁਣਨ ਦਾ। ਅਸੀਂ ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ 2 ਸਾਲ ਪਹਿਲਾਂ ਨੁਮਾਇੰਦਾ ਚੁਣਿਆ ਸੀ। ਆਪਾਂ ਉਹਨਾਂ ਨੂੰ ਪਰਖ ਲਿਆ, ਸਭ ਕੁਝ ਜਾਂਚ ਲਿਆ, ਰਿਜ਼ਲਟ ਬਹੁਤ ਸਹੀ ਨਿਕਲਿਆ, ਪਰ ਸਮਾਂ ਘੱਟ ਸੀ। ਸਮਾਂ ਕਰੋਨਾ ਨੇ ਖਾ ਲਿਆ। ਉਹਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਜ਼ਿਆਦਾ ਫਗਵਾੜੇ ਦੇ ਕੰਮ ਕੀਤੇ। ਇਸੇ ਕਰਕੇ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰਦਾ ਕਿ 20 ਤਰੀਕ ਨੂੰ ਆਪਾਂ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ ਦੁਬਾਰਾ ਵੋਟਾਂ ਪਾ ਕੇ ਕਾਮਯਾਬ ਬਣਾਈਏ ਤਾਂ ਕਿ ਉਹਨਾਂ ਨੂੰ ਅਗਲੇ 5 ਸਾਲ ਜ਼ਰੂਰ ਦਿੱਤੇ ਜਾਣ, ਤਾਂ ਕਿ ਜੋ ਵੀ ਸ਼ਹਿਰ ਦਾ ਵਿਕਾਸ ਅਧੂਰਾ ਉਹ ਪੂਰਾ ਕੀਤਾ ਜਾ ਸਕੇ। ਜੈ ਸ਼੍ਰੀ ਰਾਮ। ਤੇ ਭਰਾਵੋ ਤੇ ਨੌਜਵਾਨ ਸਾਥੀਓ, ਪਹਿਲਾਂ ਸਾਡੇ ਚੇਅਰਮੈਨ ਸਾਹਿਬ ਨਰੇਸ਼ ਭਾਰਦਵਾਜ ਜੀ ਨੇ ਸਭ ਨੂੰ ਬਹੁਤ ਹੀ ਵਿਸਤਾਰ ਦੇ ਵਿੱਚ ਸਾਰੀਆਂ ਗੱਲਾਂ ਬਹੁਤ ਦੱਸਦੀਆਂ। ਮੇਨ ਮਕਸਦ ਤਾਂ ਇਹੀ ਆ ਵੀ ਆਪਾਂ 20 ਤਰੀਕ ਨੂੰ ਧਾਲੀਵਾਲ ਸਾਹਿਬ ਨੂੰ ਵੋਟਾਂ ਪਾ ਕੇ, ਵੱਧ ਤੋਂ ਵੱਧ ਵੋਟਾਂ ਪਾ ਕੇ, ਕਿਉਂਕਿ ਜਿੱਦਾਂ ਇਹਨਾਂ ਨੇ ਕੰਮ ਕੀਤੇ ਆ ਜਿੱਤ ਤਾਂ ਜਾਣਾ ਹੀ ਆ ਤੁਹਾਡੇ ਆਸ਼ੀਰਵਾਦ ਦੇ ਨਾਲ। ਲੇਕਿਨ ਅਸੀਂ ਇਹ ਚਾਹੁੰਦੇ ਆ ਵੀ ਮਾਰਜਨ ਜਿਹੜਾ ਵਾ ਉਹ ਵੱਧ ਤੋਂ ਵੱਧ ਵੋਟਾਂ ਤੇ ਇਹਨਾਂ ਦਾ ਬਣੇ, ਤਾਂ ਜੋ ਚੰਨੀ ਸਾਹਿਬ ਵੀ ਜਿੱਦਾਂ ਕਹਿ ਗਏ ਸੀ ਵੀ ਇਹ ਆਪਣੇ ਐਤਕੀ ਕੈਬਨਿਟ ਦੇ ਵਿੱਚ ਇਹਨਾਂ ਨੂੰ ਮੰਤਰੀ ਬਣ ਜਾਣਾ ਤੇ ਉਹ ਸਾਰੇ ਤੁਹਾਡੇ ਆਸ਼ੀਰਵਾਦ ਨਾਲ ਮੰਤਰੀ ਬਣ ਜਾਣ। ਮੈਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ 20 ਤਰੀਕ ਨੂੰ 5 ਦੇ ਨਿਸ਼ਾਨ ਤੇ ਇਹਨਾਂ ਨੂੰ ਕਾਮਯਾਬ ਕਰੋ।
ਇਸ ਤੋਂ ਇਲਾਵਾ ਨਹਿਰੂ ਨਗਰ ਫਗਵਾੜਾ ਵਿਖੇ ਵੀ ਸਰਦਾਰ ਧਾਲੀਵਾਲ ਦੇ ਹੱਕ ਵਿੱਚ ਭਰਵੀਂ ਚੋਣ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਤੇ ਵਰਕਰ ਵੀ ਮੌਜੂਦ ਸਨ। ਆਪਣੇ ਸੰਬੋਧਨ ਵਿੱਚ ਸਰਦਾਰ ਧਾਲੀਵਾਲ ਨੇ ਆਪਣੇ 2.5 ਸਾਲਾ ਕਾਰਜਕਾਲ ਦੌਰਾਨ ਫਗਵਾੜਾ ਹਲਕੇ ਦੇ ਕੀਤੇ ਗਏ ਵਿਕਾਸ ਕਾਰਜਾਂ ਸੰਬੰਧੀ ਵੋਟਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਮੁੜ ਤੋਂ ਇਹ ਸੀਟ ਜਿੱਤ ਕੇ ਫਗਵਾੜਾ ਦੀ ਸੇਵਾ ਕਰਨਗੇ ਤੇ ਫਗਵਾੜੇ ਦੀ ਨੁਹਾਰ ਬਦਲਣਗੇ। ਉਨ੍ਹਾਂ ਸਮੂਹ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮਹੱਲਾ ਵਾਸੀਆਂ ਨੇ ਵੀ ਸਰਦਾਰ ਧਾਲੀਵਾਲ ਨੂੰ ਇਹਨਾਂ ਚੋਣਾਂ ਵਿੱਚ ਵੱਡੇ ਮਾਰਜਨ ਨਾਲ ਜਿਤਾਉਣ ਦਾ ਆਸ਼ਵਾਸਨ ਦਿੱਤਾ। ਪਰ ਹਰ ਵੇਲੇ ਇਹਨਾਂ ਦਾ ਆਸ਼ੀਰਵਾਦ ਮੇਰੇ ਤੇ ਆ। ਅੱਜ ਅਸੀਂ ਇਹਨਾਂ ਦੇ ਗ੍ਰਹਿ ਵਿਖੇ ਧਾਲੀਵਾਲ ਸਾਹਿਬ ਨੇ ਵੋਟ ਮੰਗਣ ਲਈ ਆਏ ਆ, ਜਿੱਥੇ ਤੁਸੀਂ ਸਾਰਿਆਂ ਨੇ ਟੀ.ਡੀ. ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਧਾਲੀਵਾਲ ਸਾਹਿਬ ਨੂੰ ਇਸ ਗੱਲ ਦਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਨਹਿਰੂ ਨਗਰ ਤੋਂ ਜਿਸ ਤਰ੍ਹਾਂ ਕਿ ਜਿਮਨੀ ਚੋਣ ਦੇ ਵਿੱਚ ਲੀਡ ਨਾਲ ਜਿਤਾਇਆ ਸੀ, ਉਸ ਲੀਡ ਨੂੰ ਕ੍ਰੋਸ ਕਰਦੇ ਹੋਏ ਇਸ ਵਾਰ ਆਪਾਂ ਉਸ ਤੋਂ ਵੀ ਵੱਡੀ ਲੀਡ ਨਹਿਰੂ ਨਗਰ ਤੋਂ ਦਵਾ ਕੇ ਧਾਲੀਵਾਲ ਸਾਹਿਬ ਨੂੰ ਫਗਵਾੜੇ ਤੋਂ ਐਮਐਲਏ ਬਣਾਉਣਾ ਹੈ। ਜਿੱਥੇ ਤੁਸੀਂ ਇਹਨਾਂ ਨੂੰ ਐਮਐਲਏ ਬਣਾਉਣਾ ਹੈ, ਜਿਸ ਤਰ੍ਹਾਂ ਸ਼ਰਮਾ ਜੀ ਨੇ ਦੱਸਿਆ ਸੀ ਕਿ ਕੋਨਕਾ ਰਿਜ਼ੋਰਟ ਦੇ ਵਿੱਚ ਜਦੋਂ 26 ਜਨਵਰੀ ਨੂੰ ਸੀਐਮ ਸਾਹਿਬ ਆਏ ਸੀ, ਉਹ ਉਸ ਵੇਲੇ ਕਹਿ ਕੇ ਗਏ ਸੀ ਤੁਸੀਂ ਫਗਵਾੜਿਓਂ ਇਹਨਾਂ ਨੂੰ ਐਮਐਲਏ ਬਣਾਓ, ਮੰਤਰੀ ਅਸੀਂ ਇਹਨਾਂ ਨੂੰ ਕੈਬਨਿਟ 'ਚ ਲੈ ਲੈਣਾ। ਉਹਨਾਂ ਨੇ ਟੀ.ਡੀ. ਸ਼ਰਮਾ ਜੀ ਦੀ ਗੱਲ ਤੇ ਮੋਹਰ ਲਾਈ ਸੀ ਕਿ ਇੱਕ ਤਾਂ ਇਹ ਸ਼ਰੀਫ ਹੈ, ਇਮਾਨਦਾਰ ਹੈ, ਦੂਸਰਾ ਅੱਛੇ ਜਿਹੜੇ ਆ ਬਿਊਰੋਕਰੇਟਸ ਹੈਗੇ ਆ, ਇਹੋ ਜਿਹੇ ਅੱਛੇ ਬਿਊਰੋਕਰੇਟਸ ਦੀ ਸਾਨੂੰ ਵੀ ਸਰਕਾਰ ਦੇ ਵਿੱਚ ਲੋੜ ਹੈ। ਸਰਕਾਰਾਂ ਨੂੰ ਚਲਾਉਣ ਦੇ ਲਈ ਅੱਛੇ ਅਫੀਸਰ ਦੀ, ਅੱਛੇ ਪੋਲੀਟੀਸ਼ੀਅਨ ਦੀ ਬਹੁਤ ਵੱਡੀ ਲੋੜ ਹੁੰਦੀ ਹੈ। ਔਰ ਪਿੱਛੇ ਸਾਡੇ ਪੰਜਾਬ ਦੇ ਪ੍ਰਦੇਸ਼ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦਾਣਾ ਮੰਡੀ ਦੇ ਵਿੱਚ ਆ ਕੇ ਇਹਨਾਂ ਨੂੰ ਥਾਪੜਾ ਦੇ ਕੇ ਗਏ ਔਰ ਦੱਸ ਕੇ ਗਏ ਵੀ ਤੁਸੀਂ, ਮੈਂ ਸਮਝਦਾ ਕਈ ਵਾਰ ਸਰਸਵਤੀ ਜਵਾਨ ਤੇ ਆਉਂਦੀ ਆ, ਉਸ ਵੇਲੇ ਉਹਨਾਂ ਨੇ ਉਸ ਜਿਹੜੀ ਇਤਿਹਾਸਕ ਰੈਲੀ ਸੀ ਉਹਦੇ ਵਿੱਚ ਇਹਨਾਂ ਨੂੰ ਕਿਹਾ ਵੀ ਤੁਸੀਂ ਜਿੱਤ ਤਾਂ ਜਾਣਾ ਹੀ ਆ। ਹੁਣ ਸ਼ਰਮਾ ਜੀ ਜਦੋਂ ਦੀ ਆ ਇਲੈਕਸ਼ਨ ਦਾ ਬਿਗਲ ਵੱਜਿਆ ਹੈ, ਸਾਨੂੰ ਕਈ ਵਾਰ ਉਹਨਾਂ ਦੀ ਸਿੱਧੂ ਸਾਹਿਬ ਦੀ ਗੱਲ ਯਾਦ ਆਉਂਦੀ ਆ। ਬਸ ਇਸ ਕਰਕੇ ਜਦੋਂ ਮੈਂ ਬਾਈ ਇਲੈਕਸ਼ਨ ਵਿੱਚ ਟਿਕਟ ਆਫਰ ਹੋਈ ਵੀ ਤੁਸੀਂ ਲੜਨੀ ਹੈ, ਸੋ ਸੀਐਮ ਸਾਹਿਬ ਨੇ ਡਾਇਰੈਕਟਲੀ ਬੁਲਾ ਕੇ ਮੈਨੂੰ ਪੁੱਛਿਆ ਸੀ ਵੀ ਦੱਸੋ ਜੀ ਤੁਸੀਂ ਇਲੈਕਸ਼ਨ ਲੜਾਉਣੀ ਹੈ। ਹਫ਼ਤੇ ਬਾਅਦ ਗੁਰਬਾਨੀ ਸਾਹਿਬ ਨਾਲ ਭਾਰਤਵਾਜ ਜੀ ਨਾਲ 2-4 ਬੰਦਿਆਂ ਨੇ ਡਿਸਕਸ ਕੀਤਾ, ਘਰ ਡਿਸਕਸ ਕੀਤਾ। ਸਾਡੇ ਘਰ ਦੇ ਅੱਧੇ ਵੋਟਾਂ ਸੀ ਕਿ ਨਹੀਂ ਇਲੈਕਸ਼ਨ ਆਪਾਂ ਨਹੀਂ ਲੜਨੀ, ਪਰ ਸਾਨੂੰ ਪਤਾ ਅੱਧੇ ਹਾਂ ਨਹੀਂ ਸੀਗੇ, ਅੱਧੇ ਨਾ ਸੀਗੇ। ਅਲਟੀਮੇਟਲੀ ਫਿਰ ਇਹਨਾਂ ਨੇ ਸਾਰਿਆਂ ਨੂੰ ਮਨਾਇਆ ਵੀ ਨਹੀਂ। ਪੋਲੀਟਿਕਸ ਜਿਹੜੀ ਕਿ ਲੋਕ, ਸਹੀ ਗੱਲ ਹੈ, ਪੋਲੀਟੀਸ਼ੀਅਨ ਨੂੰ ਲੋਕ ਥੋੜਾ ਹੋਰ ਐਂਗਲ ਨਾਲ ਦੇਖਦੇ, ਇਹਦੀ ਗੱਲ ਨਹੀਂ ਹੈ ਕਿ ਪੋਲੀਟਿਕਸ ਦੇ ਵਿੱਚ ਵੀ ਜੋ ਸੇਵਾ ਤੁਸੀਂ ਪੋਲੀਟਿਕਸ ਵਿੱਚ ਰਹਿ ਕੇ ਕਰ ਸਕਦੇ ਹੋ, ਦੂਜੇ ਪਾਸੇ ਨਹੀਂ ਰਹਿ ਸਕਦੇ, ਕਿਉਂਕਿ ਤੁਹਾਡੇ ਕੋਲ ਕੋਈ ਪਾਵਰ ਹੋਗੀ ਤਾਂ ਹੀ ਤੁਸੀਂ ਕਹਿੰਦਾ ਕੰਮ ਕਰ ਸਕਦੇ ਹੋ, ਕਹਿੰਦਾ ਕਰ ਸਕਦੇ ਤਾਂ ਨਹੀਂ ਕਰ ਸਕਦੇ। ਹੁਣ ਜੇ ਆਦਮੀ ਇੱਕ ਕਰਿਆਨੇ ਦੀ ਦੁਕਾਨ ਲਗਾ ਰਿਹਾ ਤਾਂ ਉਹ ਬਾਕੀ ਸਭ ਉਸ ਦਾ ਸੇਵਾ ਕਰ ਸਕਦਾ, ਸਮਾਜ ਦੀ ਕਰ ਸਕਦਾ, ਸੇਵਾ ਭਾਵ ਨਹੀਂ, ਕਿਉਂਕਿ ਉਹ ਕਹਿੰਦਾ ਉਹ ਪਾਵਰ ਨਹੀਂ ਹੈ ਤਾਂ ਮੇਰਾ ਦੂਸਰਾ ਕੰਮ ਨਹੀਂ ਕਰ, ਜਦੋਂ ਕੋਈ ਪਟਵਾਰੀ ਤੋਂ ਇੰਤਕਾਲ ਕਰਾ ਤਾਂ ਨਹੀਂ ਕਰਾ ਸਕਦਾ, ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਔਰ ਉਹ ਖੁਸ਼ੀ ਰਹਿ ਕੇ ਸੇਵਾ ਭਾਵ ਨਾਲ ਕੰਮ ਕਰਨਾ ਚਾਹੀਦਾ। तो मैं फगवाड़े पिछले किमें 2 साल का समा निकल गया, भी नहीं याद रहा इस तरह समय तो पता ही लगे भी 2 साल लगे, कदों इलेक्शन है ये भी नहीं पता लगे। तो इस करके अच्छा सिटी है, कॉम्पैक्ट सिटी है, आप भी देखोगे बाकी सिटी जाके देखोगे इसी तरह सेवा भावना वाला काम करता रहूँगी। थोड़ा मेरे नेहरू गार्डन में मेरे ख्याल को पानी वाली प्रॉब्लम है ना, ऑफिसर्स की या एडमिनिस्ट्रेशन की थोड़ी मैं तो नलायकी कहूँगा, नलायकी करके वो प्रॉब्लम हल नहीं हो सकती। तो परले पास सीवर पैना से 1.5 फुट पैना से कुछ भी नहीं, सारा कुछ पास करा था, सब कुछ करा गया, फिर भी रह गया, ऑफिस रह गया, पता नहीं कुछ कई बार थोड़े माइंड तो निकले ना, कई बार पास थ्रू नहीं होया, पिछले जब मैंने पूछा पै गया कहना जो रह गया पिछले, हालांकि वो पैसे भी कराया क्योंकि नैशनल हाईवे होने करके जो लोकल होवे इन्होंने तो फड़ के जो मर्जी करा नैशनल उन्होंने भी परस्यू किया, तो बच्चों तो कोरोना जाएगा, तो स्ट्राइक टूट गया, हो गया कुछ इस तरह का बच्चे सिस्टम टूट गया, तो याद है तो बात करा के तो तो मेरा कहने का लिंक नहीं होएगा जी पहले साइड वाली वो लिंक नहीं है। ये जो भी हैगा मैंने पिछले एक बार मैं एक्शन सी को भेजा, मैं इन्होंने स्टडी करके कुछ क्योंकि ऑफिसर के नालों जो लोकल रेजिडेंट होंगे ने वो किसी भी प्रॉब्लम का हल भी वही दस देंगे, उन्हें ज़्यादा बेटर पता होगा। ਉਹਦੇ ਵਿੱਚ ਉਹਨਾਂ ਨੇ ਕੋਈ ਕਿਹਾ ਸੀ ਵੀ ਛੋਟਾ ਜਿਹਾ ਪਾਈਪ ਪਹਿਲਾਂ ਪਤਾ ਨਹੀਂ ਕੁਛ ਇੰਗਲਿਸ਼ ਨੂੰ ਪਤਾ ਹੋਵੇ, ਕਹਿੰਦੇ ਵੀ ਥੋੜਾ
ਜ਼ਿਆਦਾ ਕੰਮ ਨਹੀਂ ਹੈਗਾ।